हेलो एवरीवन, मेरा नाम मिस्टर बंसल है। फाइनल ईयर स्टूडेंट ਹਾਂ ਇੰਸੋ ਪਾਸਟ। मैंने अपना नीट 2020 ਦਿੱਤਾ ਸੀਗਾ ਤੇ ਮੇਰੇ ਮਾਰਕਸ 683 ਸੀਗੇ ਤੇ ਮੇਰਾ ਰੈਂਕ 484 ਸੀਗਾ। ਤਾਂ ਆਪਾਂ ਨੇ ਸਟਾਰਟ ਕੀਤਾ ਸੀ ਚੈਪਟਰ ਐਨਾਟਮੀ ਆਫ ਫਲਾਵਰਿੰਗ ਪਲਾਂਟਸ। तो ਉਹਦੇ ਅੰਦਰ ਹੁਣ ਤੱਕ ਆਪਾਂ ਨੇ ਕੀ ਕਵਰ ਕਰ ਲਿਆ ਇੱਕ ਵਾਰ ਉਹ ਦੇਖਾਂਗੇ। ਚੈਪਟਰ ਕੀ ਸੀ? ਐਨਾਟਮੀ ਆਫ ਫਲਾਵਰਿੰਗ ਪਲਾਂਟਸ। तो ਉਹਦੇ ਅੰਦਰ ਆਪਾਂ ਨੇ ਦੇਖਿਆ ਕਿ ਟਿਸ਼ੂ ਸਿਸਟਮਸ ਕੀ ਹੁੰਦੇ ਤੇ ਵੇਰੀਅਸ ਟਾਈਪਸ ਆਫ ਟਿਸ਼ੂ ਸਿਸਟਮਸ ਕੀ ਹੁੰਦੇ हैं, ਜਿਵੇਂ ਕਿ ਐਪੀਡਰਮਲ ਟਿਸ਼ੂ ਸਿਸਟਮ ਹੈ, ਫਿਰ ਗਰਾਊਂਡ ਟਿਸ਼ੂ ਸਿਸਟਮ ਹੈ ਐਂਡ ਉਸ ਤੋਂ ਬਾਅਦ ਵੈਸਕੂਲਰ ਟਿਸ਼ੂ ਸਿਸਟਮ ਹੈ। ਤੇ ਇਹਨਾਂ ਸਭ ਤੋਂ ਡਿਸਕਸ ਕਰਨ ਤੋਂ ਪਹਿਲਾਂ ਇੱਕ ਆਪਾਂ ਨੇ ਬ੍ਰੀਫ ਇਹ ਦੇਖਿਆ ਸੀ ਕਿਹੜੇ ਟਾਈਪਸ ਦੇ ਟਿਸ਼ੂਸ ਹੁੰਦੇ ਨੇ। ਤੇ ਦੋ ਤਰ੍ਹਾਂ ਦੇ ਟਿਸ਼ੂਸ ਹੁੰਦੇ ਨੇ ਪਲਾਂਟਸ ਦੇ ਅੰਦਰ, ਇੱਕ ਮੈਰਿਸਟੈਮੈਟਿਕ ਹੁੰਦਾ ਹੈ ਤੇ ਇੱਕ ਪਰਮਨੈਂਟ ਟਿਸ਼ੂ ਹੁੰਦਾ ਹੈ। ਮੈਰਿਸਟੈਮੈਟਿਕ ਕਿੰਨੇ ਤਰ੍ਹਾਂ ਦਾ ਹੁੰਦਾ ਕੀ ਬੋਲਿਆ ਗਿਆ? ਪਹਿਲਾ ਸਭ ਤੋਂ ਪਹਿਲਾਂ ਹੁੰਦਾ ਮੈਰਿਸਟੈਮੈਟਿਕ ਟਿਸ਼ੂ। ਤੇ ਮੈਰਿਸਟੈਮੈਟਿਕ ਕਿੰਨੇ ਤਰ੍ਹਾਂ ਦਾ ਹੁੰਦਾ? ਐਪੀਕਲ ਮੈਰਿਸਟਮ ਤੇ ਉਸ ਤੋਂ ਇਲਾਵਾ ਕਿਹੜਾ ਹੁੰਦਾ ਇੰਟਰਕੈਲਰੀ ਮੈਰਿਸਟਮ। ਇਹ ਇਹਨਾਂ ਨੂੰ ਹੁਣ ਕਿਹਦੇ ਅੰਦਰ ਕਲਾਸੀਫਾਈ ਕੀਤਾ ਜਾਂਦਾ? ਪ੍ਰਾਇਮਰੀ। ਤਾਂ ਹੁਣ ਅਗਰ ਆਪਾਂ ਨੂੰ ਪੁੱਛਿਆ ਗਿਆ ਮੈਰਿਸਟੈਮੈਟਿਕ ਟਿਸ਼ੂ ਦੀ ਬ੍ਰੌਡ ਕੈਟਾਗਰੀਜ਼ ਕੀ ਹੈ ਤਾਂ ਆਪਾਂ ਕੀ ਬੋਲਾਂਗੇ? ਪ੍ਰਾਇਮਰੀ ਐਂਡ ਸੈਕੰਡਰੀ। ਸੈਕੰਡਰੀ ਦਾ ਦੂਜਾ ਨਾਮ ਕੀ ਹੈ? ਲੈਟਰਲ। ਤੇ ਪ੍ਰਾਇਮਰੀ ਦੇ ਅੰਦਰ ਕਿਹੜੇ ਦੋ ਆਉਂਦੇ ਨੇ? ਐਪੀਕਲ ਤੇ ਇੰਟਰਕੈਲਰੀ। ਹੁਣ ਉਹਦੇ ਕੁਝ ਕੈਰੈਕਟਰਿਸਟਿਕਸ ਤੇ ਲੋਕੇਸ਼ਨਸ ਪੜ੍ਹੀਆਂ ਆਪਾਂ ਨੇ, ਫਿਰ ਸੈਕੰਡਰੀ ਤੇ ਲੈਟਰਲ ਮੈਰਿਸਟਮ ਦੇ ਬਾਰੇ ਦੇਖਿਆ ਸੀਗਾ। ਫਿਰ ਉਸ ਤੋਂ ਬਾਅਦ ਆਪਾਂ ਆ ਗਏ ਸੀ ਪਰਮਨੈਂਟ ਟਿਸ਼ੂ ਤੇ। ਹੁਣ ਜਿਹੜਾ ਪਰਮਨੈਂਟ ਟਿਸ਼ੂ ਹੁੰਦਾ ਉਹ ਕਿੰਨੇ ਤਰ੍ਹਾਂ ਦਾ ਹੁੰਦਾ? ਦੋ ਤਰ੍ਹਾਂ ਦਾ। ਇੱਕ ਸਿੰਪਲ ਹੁੰਦਾ ਤੇ ਦੂਜਾ ਕੀ ਹੁੰਦਾ? ਕੰਪਲੈਕਸ। ਤੇ ਜਿਹੜਾ ਸਿੰਪਲ ਹੁੰਦਾ ਉਹਦੇ ਅੰਦਰ ਤਿੰਨ ਤਰ੍ਹਾਂ ਦਾ ਟਿਸ਼ੂ ਹੈ, ਪੈਰੇਨਕਾਈਮਾ, ਕੋਲੇਨਕਾਈਮਾ, ਸਕਲੈਰੇਨਕਾਈਮਾ। ਤੇ ਉਸ ਤੋਂ ਇਲਾਵਾ ਕੰਪਲੈਕਸ ਦੇ ਅੰਦਰ ਜ਼ਾਈਲਮ ਤੇ ਫਲੋਇਮ। ਤੇ ਉਸ ਤੋਂ ਬਾਅਦ ਆਪਾਂ ਨੇ ਜ਼ਾਈਲਮ ਫਲੋਇਮ ਦੇ ਦੇਖੀ ਸੀ ਕਿ ਕੀ ਪਾਰਟਸ ਆਉਂਦੇ ਨੇ ਜ਼ਾਈਲਮ ਫਲੋਇਮ ਅੰਦਰ, ਕੀ ਐਲੀਮੈਂਟਸ ਉਹਨਾਂ ਚ ਕਿਹੜਾ ਡੈਡ ਹੈ ਕਿਹੜਾ ਲਿਵਿੰਗ ਹੈ। ਸੋ ਵਿਦ ਦਿਸ ਉਸ ਤੋਂ ਬਾਅਦ ਆਪਾਂ ਨੇ ਬੇਸਿਕ ਪੜਿਆ ਕਿ ਟਿਸ਼ੂ ਸਿਸਟਮਸ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਤੇ ਕੀ ਹੁੰਦੇ ਉਹਨਾਂ ਦੇ ਪਾਰਟਸ, ਉਹਨਾਂ ਸਭ ਦੇ ਬਾਰੇ। ਹੁਣ ਇਨ ਡਿਟੇਲ ਸਮਝਣ ਲਈ ਕਿ ਕਿਹੜਾ ਟਿਸ਼ੂ ਸਿਸਟਮ ਕਿੱਥੇ ਪ੍ਰੈਜ਼ੈਂਟ ਹੁੰਦਾ, ਉਹਨਾਂ ਦਾ ਫੰਕਸ਼ਨ ਕੀ ਹੈ ਤੇ ਐਕਚੁਅਲ ਅਨਾਟਮੀ ਕੀ ਹੈ ਪਲਾਂਟਸ ਦੀ, ਉਹ ਡਿਸਕਸ ਕਰਨ ਲਈ ਆਪਾਂ ਨੇ ਡਿਸਕਸ ਕਰਨਾ ਸ਼ੁਰੂ ਕੀਤਾ ਸੀ ਅਨਾਟਮੀ ਆਫ ਡਾਈਕੋਟਿਲਿਡਨਸ ਐਂਡ ਮੋਨੋਕੋਟਿਲਿਡਨਸ ਪਲਾਂਟ। ਸਭ ਤੋਂ ਪਹਿਲਾਂ ਆਪਾਂ ਨੇ ਰੂਟਸ ਦੇ ਬਾਰੇ ਪੜਿਆ ਕਿ ਰੂਟ ਦੇ ਟ੍ਰਾਂਸਵਰਸ ਸੈਕਸ਼ਨ ਅਗਰ ਆਪਾਂ ਲਈਏ, ਰੂਟ ਨੂੰ ਆਪਾਂ ਟ੍ਰਾਂਸਵਰਸ ਦੇ ਕੱਟ ਕਰੀਏ ਤਾਂ ਉਹਦੇ ਅੰਦਰ ਆਪਾਂ ਨੂੰ ਕਿਸ ਟਾਈਪ ਦੇ ਟਿਸ਼ੂਸ ਦਿਖਣਗੇ, ਕੀ ਲੇਅਰਸ ਹੋਣਗੇ ਤੇ ਉਹਨਾਂ ਦੀ ਅਰੇਂਜਮੈਂਟ ਕਿਵੇਂ ਹੋਏਗੀ। ਤੇ ਸਭ ਤੋਂ ਪਹਿਲਾਂ ਡਾਈਕੋਟ ਰੂਟਸ ਦੇ ਬਾਰੇ ਦੇਖਿਆ ਸੀਗਾ। ਜਿਵੇਂ ਕਿ ਹੁਣ ਆਪਾਂ ਡਾਇਗਰਾਮਸ ਦੇਖ ਸਕਦੇ ਹਾਂ। ਪਹਿਲੀ ਡਾਇਗਰਾਮ ਹੈ ਡਾਈਕੋਟ ਰੂਟ ਦੀ ਤੇ ਦੂਜੀ ਡਾਇਗਰਾਮ ਹੈ ਮੋਨੋਕੋਟ ਰੂਟ ਦੀ। ਤੇ ਡਾਈਕੋਟ ਰੂਟ ਦੀ ਆਊਟਮੋਸਟ ਲੇਅਰ ਐਪੀਡਰਮਿਸ ਹੁੰਦੀ ਹੈ, ਜਿਨ੍ਹਾਂ ਦੀ ਯੂਨੀਸੈਲਰ ਐਕਸਟੈਂਸ਼ਨਸ ਰੂਟ ਲੇਅਰ ਵੀ ਹੁੰਦੀਆਂ ਨੇ। ਫਿਰ ਅੰਦਰ ਆਪਾਂ ਨੂੰ ਕਾਰਟੈਕਸ ਮਿਲਦਾ ਹੈ। ਕਾਰਟੈਕਸ ਦੀ ਇਨਰਮੋਸਟ ਲੇਅਰ ਹੁੰਦੀ ਹੈ ਐਂਡੋਡਰਮਿਸ। ਜਿਵੇਂ ਨਾਲ ਆਪਾਂ ਥੋੜਾ ਦੇਖ ਲੈਂਦੇ ਹਾਂ ਕਿ ਆ ਰੂਟ ਹੈਰ ਹੈ, ਐਪੀਡਰਮਿਸ ਹੈ, ਫਿਰ ਅੰਦਰ ਕਾਰਟੈਕਸ ਹੈ। ਕਾਰਟੈਕਸ ਦੀ ਇਨਰਮੋਸਟ ਲੇਅਰ ਇਹ ਹੈ ਐਂਡੋਡਰਮਿਸ। ਫਿਰ ਉਸ ਤੋਂ ਬਾਅਦ ਅੰਦਰ ਜਾ ਕੇ ਪੈਰੀਸਾਈਕਲ ਆ ਜਾਏਗਾ। ਪੈਰੀਸਾਈਕਲ ਦੇ ਅੰਦਰ ਅਰੇਂਜਡ ਹੁੰਦੇ ਨੇ ਵੈਸਕੂਲਰ ਬੰਡਲ, ਜਿਵੇਂ ਕਿ ਪ੍ਰੋਟੋਜ਼ਾਈਲਮ, ਮੈਟਾਜ਼ਾਈਲਮ ਤੇ ਫਲੋਇਮ। ਤੇ ਸੈਂਟਰ ਆਫ ਦੀ ਪੈਰੀਸਾਈਕਲ ਕੀ ਹੋ ਗਿਆ? ਪਿਥ। ਤੇ all the structures inside the endodermis are called stele। ਫਿਰ ਉਸ ਤੋਂ ਬਾਅਦ ਆ ਜਾਂਦਾ ਮੋਨੋਕੋਟ ਦੀ ਅਰੇਂਜਮੈਂਟ। ਮੋਨੋਕੋਟ ਦੇ ਅੰਦਰ ਡਿਫਰੈਂਸ ਕੀ ਹੈ ਉਹ ਆਪਾਂ ਦੇਖਾਂਗੇ। ਇੱਕ ਤਾਂ ਮੋਨੋਕੋਟਸ ਦੇ ਅੰਦਰ more vascular bundles ਹੁੰਦੇ ਨੇ। ਅਗਰ ਡਾਇਕੋਟਸ ਦੇ 2 to 4 ਹੈ ਤਾਂ ਮੋਨੋਕੋਟਸ ਦੇ ਅੰਦਰ more than 6 ਹੁੰਦੇ। ਇਸ ਤੋਂ ਬਾਅਦ ਇਹਨਾਂ ਦਾ ਪਿਥ ਲਾਰਜ ਹੁੰਦਾ ਤੇ ਵੈਲ ਡਿਵੈਲਪਡ ਹੁੰਦਾ। ਤੇ ਮੋਨੋਕੋਟਿਲਿਡਨਸ ਰੂਟ ਦੇ ਅੰਦਰ ਕੋਈ ਵੀ ਸੈਕੰਡਰੀ ਗਰੋਥ ਨਹੀਂ ਹੁੰਦੀ ਹੈ। ਠੀਕ ਹੈ। ਫਿਰ ਉਸ ਤੋਂ ਬਾਅਦ ਆਪਾਂ ਆ ਗਏ ਸਟੈਮ ਤੇ। ਸਟੈਮ ਦੇ ਅੰਦਰ ਡਾਇਕੋਟ ਸਟੈਮ ਤੇ ਮੋਨੋਕੋਟ ਸਟੈਮ। ਡਾਇਕੋਟ ਸਟੈਮ ਦੇ ਪ੍ਰੋਪਰ ਇੱਕ ਆਰਗੇਨਾਈਜ਼ਡ ਸਟਰਕਚਰ ਹੈ, ਜਿਵੇਂ ਕਿ ਸਭ ਤੋਂ ਪਹਿਲਾਂ ਐਪੀਡਰਮਿਸ। ਐਪੀਡਰਮਿਸ ਤੋਂ ਇਲਾਵਾ ਟ੍ਰਾਈਕੋਮ ਵੀ ਮਿਲਦੇ ਹੁੰਦੇ ਨੇ, ਮਲਟੀ ਸੈਲਰ ਐਕਸਟੈਂਸ਼ਨ ਹੁੰਦੀ ਹੈ। ਫਿਰ ਉਹਦੇ ਵਿੱਚ ਆਪਾਂ ਨੂੰ ਕਾਰਟੈਕਸ ਮਿਲੇਗਾ। ਹੁਣ ਕਾਰਟੈਕਸ ਤਿੰਨ ਪਾਰਟਸ ਦਾ ਡਿਵਾਈਡਡ ਹੁੰਦਾ ਹੈ। ਸਭ ਤੋਂ ਪਹਿਲਾਂ ਹਾਈਪੋਡਰਮਿਸ, ਫਿਰ ਉਸ ਤੋਂ ਬਾਅਦ ਸੈਂਟਰ ਦੇ ਅੰਦਰ ਲੇਅਰ ਆਫ ਕਾਰਟੈਕਸ ਹੁੰਦੀਆਂ ਨੇ, ਫਿਰ ਉਸ ਤੋਂ ਬਾਅਦ ਐਂਡੋਡਰਮਿਸ ਹੁੰਦਾ ਹੈ। ਫਿਰ ਬਾਅਦ ਚ ਪੈਰੀਸਾਈਕਲ ਆਏਗਾ। ਫਿਰ ਪੈਰੀਸਾਈਕਲ ਤੋਂ ਬਾਅਦ ਨਾਲ ਇਹ ਵਾਲੀ ਡਾਇਗਰਾਮ ਨਾਲ ਵੀ ਧਿਆਨ ਨਾਲ ਦੇਖੋ ਕੀ ਹੋਇਆ। ਐਪੀਡਰਮਲ ਹੈਅਰ ਹੋ ਗਿਆ, ਐਪੀਡਰਮਿਸ ਹੋ ਗਿਆ, ਅੰਦਰ ਹਾਈਪੋਡਰਮਿਸ ਹੈ, ਫਿਰ ਲੇਅਰਸ ਆਫ ਕਾਰਟੈਕਸ ਹੈ, ਤੇ ਉਸ ਤੋਂ ਬਾਅਦ ਐਂਡੋਡਰਮਿਸ ਹੈ। एंडोडर्मिस आ गया। फिर एंडोडर्मिस के अंदर वैस्कुलर बंडल, पेरिसाइकिल से पिथ है। फिर आप पूरे देखेंगे वैस्कुलर बंडल के अंदर पहला पेरिसाइकिल आया, फिर वैस्कुलर बंडल के अंदर फ्लोएम आ गया। फिर क्योंकि इन्होंने वैस्कुलर बंडल डायकॉट के अंदर ओपन होने मतलब कि कैम्बियम इज प्रेजेंट, मतलब कि सेकेंडरी ग्रोथ हो सकती है। तक कैम्बियम मिलेगा, फिर उसके बाद मेटाजाइलम तो प्रोटोजाइलम मिलेगा एंड सेंटर पे पिथ मिलेगा। ਹੁਣ ਮੋਨੋਕॉट के अंदर किवें है? मोनोकॉट के अंदर थोड़ा बेसिक स्ट्रक्चर मिलेगा। आउटरमोस्ट एपिडर्मिस होएगी, अंदर हाइपोडर्मिस होएगी, तो उसके बाद ग्राउंड टिश्यू के अंदर स्कैटर्ड वैस्कुलर बंडल्स मिलेंगे, जाइलम एंड फ्लोएम। ਤੇ ਇਹਨਾਂ ਦੇ ਅੰਦਰ ਕੀ ਹੁੰਦੇ? ਜਿਹੜੇ ਪੈਰੀਫੇਰੀ ਤੇ ਵੈਸਕੂਲਰ ਬੰਡਲਸ ਹੁੰਦੇ ਨੇ ਉਹ ਸ਼ਾਰਟਰ ਹੁੰਦੇ ਨੇ, ਤੇ ਸੈਂਟਰ ਦੇ ਅੰਦਰ ਜਿਹੜੇ ਵੈਸਕੂਲਰ ਬੰਡਲਸ ਹੁੰਦੇ ਨੇ ਉਹ ਥੋੜੇ ਬੜੇ ਹੁੰਦੇ ਨੇ, ਲਾਰਜਰ ਹੁੰਦੇ ਨੇ।
उसके बाद आगे से मोनोकॉट स्टेम वो भी अपन डिस्कस कर लिया। नाउ वी विल कंटिन्यू विद लीव्स ਦੀ ਅਰੇਂਜਮੈਂਟ ਕਿਵੇਂ ਹੁੰਦੀ ਹੈ ਡਾਇਕॉट्स ਦੇ ਅੰਦਰ। ਉਸ ਤੋਂ ਬਾਅਦ ਮੋਨੋਕॉटिलिडनस ਲੀਵ ਦੀ ਤੇ ਉਸ ਤੋਂ ਬਾਅਦ ਆਪਾਂ ਸਮਰੀ ਤੇ ਕੁਝ ਕੁਐਸਚਨਸ ਡਿਸਕਸ ਕਰਾਂਗੇ। ਸੋ ਲੈਟਸ ਗੈਟ ਸਟਾਰਟਡ। ਤਾਂ ਸਭ ਤੋਂ ਪਹਿਲਾਂ ਆ ਗਿਆ ਲੀਵ। लीफ को की बोलते हैं डॉर्सी वेंट्रल लीफ बोले जाते हैं डाइकॉट रूट्स के अंदर, सॉरी प्लांट्स के अंदर। कि अपने लीव्स के अंदर वेनेशन मिलती है। पहले तो लीव के पार्ट्स होंगे ने कुछ, फिर उसके बाद लीव्स की वेनेशन हुई है ना, ये सब हो गए थे मॉर्फोलॉजिकल कैरेक्टर्स। ठीक है कि लीव के पार्ट्स की ने उन्होंने दी वेनेशन की है, फिर टाइप ऑफ लीव की है, सिंपल है या कंपाउंड है, ये सब तो मॉर्फोलॉजिकल कैरेक्टरिस्टिक्स हो गए। या फिर हमें स्पेशलाइजेशन ऑफ लीव की है, अडैप्टेशन ऑफ लीव्स वगैरह की है। पण अगर एनाटमी ਆਪਾਂ डिस्कस करिए लीव ਦੀ ਤਾਂ एनाटमी ਦੇ ਅੰਦਰ ਆ ਜਾਂਦੇ ਕਿ ਕਿਹੜੇ ਟਿਸ਼ੂਸ ਪ੍ਰੈਜ਼ੈਂਟ ਹੈ, ਉਹਨਾਂ ਦੀ ਪੂਰੀ ਅਰੇਂਜਮੈਂਟ ਕਿਵੇਂ ਹੈ, ਤੇ ਉਸ ਤੋਂ ਬਾਅਦ ਲੀਵ ਦੀ ਜਿਵੇਂ ओरिएंटेशन ਵਗੈਰਾ ਕਿਵੇਂ ਰਹਿੰਦੀ ਹੈ, ਤੇ ਸਟੋਮੇਟਾ ਦੀ ਸਟੋਮੇਟਾ ਕਿਵੇਂ ਪ੍ਰੈਜ਼ੈਂਟ ਕਰਦੇ ਕਿ ਓਪਨ ਹੁੰਦਾ ਕਲੋਜ਼ ਹੁੰਦਾ, ਤੇ ਸਟੋਮੇਟਲ ਐਪਰੇਟਸ ਕੀ ਚੀਜ਼ ਹੈ। ਤਾਂ ਹੁਣ ਆ ਜਾਏਗਾ द वर्टिकल सेक्शन ऑफ अ डॉर्सिवेंट्रल लीफ थ्रू द लैमेला। ये वर्टिकल सेक्शन है किधर डॉर्सिवेंट्रल लीफ था, उस अंदर की मिलेगा अपन वर्टिकल सेक्शन ऑफ डॉर्सिवेंट्रल लीफ shows three main parts, namely epidermis, mesophils and vascular systems। की बोलिया गया epidermis, mesophils and vascular system। ਹੁਣ ਜਿਹੜਾ epidermis है, epidermis covers both the upper surface में एडेक्सियल surface भी बोलते हैं, एडेक्सियल epidermis भी बोलते हैं, ये lower surface ਉਹਨੂੰ एबैक्सियल epidermis बोलते हैं। की ਦੱਸਿਆ ਗਿਆ upper epidermis एडेक्सियल, lower epidermis abaxial epidermis of the leaf is a conspicuous cuticle। ਉਹਨਾਂ ਦੇ cuticle present ਹੁੰਦਾ ਹੈ। cuticle ਦਾ function ਕੀ ਹੈ, ਜਿਹੜੀ perspiration ਦੀ ਵਜ੍ਹਾ ਜਾਂ ਫਿਰ ਜਿਵੇਂ environmental heat ਵਗੈਰਾ ਦੀ ਵਜ੍ਹਾ ਉਹਨਾਂ ਦੇ ਥਰੂ ਪ੍ਰੀਵੈਂਟ ਕਰਨਾ ਵਾਟਰ ਲਾਸ ਨੂੰ, ਤਾਂ ਉਹਦੇ ਲਈ ਕੀ ਪ੍ਰੈਜ਼ੈਂਟ ਹੁੰਦਾ cuticle। फिर उसके बाद आ गया था एबैक्सियल एपिडर्मिस जनरली bears more stomata than the एडेक्सियल surface epidermis। ਹੁਣ ਇਹਦੀ ਕੀ ਸਿਗਨੀਫੀਕੈਂਸ ਹੈ, ਥੋੜਾ ਸੋਚੋ ਕਿ ਜਿਵੇਂ ਕਿ ਹੁਣ ਇਹ ਮੈਂ ਦੱਸਿਆ ਕਿ ਕਿਊਟੀਕਲ ਦਾ ਕੀ ਫੰਕਸ਼ਨ ਹੈ, ਸਿਮਿਲਰਲੀ ਉਹਦੇ ਨਾਲ ਹੀ ਰਿਲੇਟ ਕਰਕੇ ਇਹਦਾ ਕੀ ਫੰਕਸ਼ਨ ਹੋਏਗਾ ਕਿ ਜਿਹੜਾ एबैक्सियल surface, एबैक्सियल मतलब कि लोअर surface है, ਇਹ एबैक्सियल एपिडर्मिस के ऊपर है एडेक्सियल एपिडर्मिस। ਹੁਣ बोलेगी ਜਿਹੜੀ एबैक्सियल एपिडर्मिस है ਉਹਦੇ ਉੱਤੇ ਸਟੋਮੇਟਾ ਜ਼ਿਆਦਾ ਪ੍ਰੈਜ਼ੈਂਟ ਹੁੰਦੇ। ਕਿਉਂ? ਕਿਉਂਕਿ ਜਿਹੜੀ एबैक्सियल एपिडर्मिस है इट इज लोअर लाइंग मतलब कि जिਵੇਂ कि ਹੁਣ ਇਹ वाली अपर सरफेस है, इट इज डायरेक्टली इन कांटेक्ट विद सनलाइट। अगर ये डायरेक्टली इन कांटेक्ट विद सनलाइट है मतलब कि वाटर लॉस तो बहुत ज्यादा हो रही है। अगर वाटर लॉस हो रही है तो प्लांट की ग्रोथ हैम्पर हो जाएगी, लीव्स श्रिंक हो जाएंगे, उसके बाद लीव मुरझा जाएंगे, प्लांट ग्रो नहीं हो पाएगा, ये सब चीज़ें दिक्कत आ जाएंगी। इस करके जो लोअर सरफेस होता है एबैक्सियल सरफेस, उसके स्टोमा ज्यादा प्रेजेंट होंगे जिसके थ्रू गैस एक्सचेंज होएगा तो वाटर लॉस भी नहीं होएगा। फिर उसके बाद आ जाता है कि जो द लैटर में इवन लैक्स स्टोमेटा, जो एडेक्सियल सरफेस है एपिडर्मिस है, ये भी हो सकता है कि ਉਹਦੇ ਤੇ स्टोमेटा हो नहीं ना। एडेक्सियल सरफेस मोर स्टोमेटा, जो एडेक्सियल है लैटर में इवन लैक्स स्टोमेटा। the tissue between the upper and the lower epidermis is called mesophyll। ਹੁਣ ਜਿਹੜਾ upper epidermis ਹੋ ਗਿਆ एडेक्सियल, lower epidermis ਹੋ ਗਿਆ एबैक्सियल। ਹੁਣ ਇਹਨਾਂ ਦੇ ਵਿੱਚ ਜਿਹੜਾ ਟਿਸ਼ੂ ਪ੍ਰੈਜ਼ੈਂਟ ਹੈ ਉਹਨੂੰ ਕੀ ਬੋਲਦੇ ਨੇ, मेसोफिल टिश्यू। ठीक है, ਹੁਣ मेसोफिल ਦਾ ਫੰਕਸ਼ਨ ਕੀ ਰਹਿੰਦਾ ਹੈ, मेसोफिल ਦੇ ਅੰਦਰ ਕੀ ਹੁੰਦਾ, क्लोरोप्लास्ट means so they carry out photosynthesis and is made up of parenchyma। ਇਹਦੇ ਕੋਲ ਦੋ ਟਾਈਪਸ ਦੇ ਸੈਲਸ ਹੁੰਦੇ ਨੇ, ਕਿਹੜੇ ਕਿਹੜੇ, ਇੱਕ ਤਾਂ ਪੈਲੀਸਾਈਡ ਪੈਰੇਨਕਾਈਮਾ ਤੇ ਦੂਜਾ ਹੁੰਦਾ ਸਪੌਂਜੀ ਪੈਰੇਨਕਾਈਮਾ। ਹੁਣ ਜਿਹੜਾ ਪੈਲੀਸਾਈਡ ਪੈਰੇਨਕਾਈਮਾ ਹੈ ਤੇ ਸਪੌਂਜੀ ਪੈਰੇਨਕਾਈਮਾ ਕੀ ਹੁੰਦੇ, ਜਿਹੜਾ ਪੈਲੀਸਾਈਡ ਹੈ ਉਹ ਤਾਂ ਬਣੇ ਹੁੰਦੇ ਇਲੋਂਗੇਟਡ ਸੈਲਸ ਦਾ, ਕੀ ਬੋਲਿਆ ਗਿਆ, ਇਲੋਂਗੇਟਡ ਸੈਲਸ ਦਾ। ठीक है, which are arranged vertically and parallelly to each other। मतलब vertically है तो में parallelly arranged है। ठीक है, whereas the oval or round and loosely arranged spongy parenchyma is situated below the palisade cells and extend to the lower epidermis। ठीक है, एडेक्सियली तो अपन पैलिसाइड मिलेगा, मतलब कि ऊपर सरफेस है एडेक्सियली पैलिसाइड पैरेन्काइमा ਜਿਹੜਾ elongated cells ਦੇ ਬਣੇ ਹੁੰਦੇ ਨੇ। ਪਰ ਜਿਹੜੇ ओवल एंड राउंड टिश्यूज है वो लूजली अरेंज ਹੁੰਦੇ ਨੇ ਤਾਂ ਬਣਾਉਣਗੇ स्पॉन्जी पैरेन्काइमा।
They're situated in the below the palisade cells and extend to the lower epidermis. In numerous large spaces and air cavities, there are numerous large spaces and air cavities between the cells. मैं डायग्राम देख जाओ आपका तो अपन वहाँ दिख रहे पैलिसड मेसोफिल मतलब कि elongated cells हैं जिन्होंने क्लोरोप्लास्ट है फोटोसिंथेसिस उन्होंने फंक्शन है वो vertically ਤੇ parallelly to each other arranged ਹੈ ਹੁਣ ਉਹਨਾਂ ਦੇ ਨੀਚੇ ਕੀ ਹੁੰਦੇ ਰਾਉਂਡ ਜਾਂ ਫਿਰ ਓਵਲ ਸੈਲਸ ਹੁੰਦੇ ਨੇ ਪੈਰਨਕਾਈਮਾ ਹੁੰਦੇ ਜਿਹੜਾ ਅਰੇਂਜ ਹੁੰਦੇ ਵਿਦ lots of intercellular spaces ਤੇ ਬਣਾਏਗਾ spongy mesophyll ਹੁਣ ਇਹ ਹੋ ਗਿਆ ਹੁਣ ਜਿਹੜਾ vascular system ਹੈ vascular system includes vascular bundles which can be seen in veins and midrib ठीक है ਹੁਣ veins ਤੇ midrib ਦੇ ਅੰਦਰ vascular bundle ਹੈ ਉੱਥੇ ਹੁੰਦਾ vascular system the size of the vascular bundle are dependent on the size of the vein ਹੁਣ ਜਿਹੜਾ vascular bundle ਦਾ size ਹੈ ਉਹ ਕਿਸ ਤੇ ਡਿਪੈਂਡ ਹੋਏਗਾ on the size of the vein ਅਗਰ vein ਜਿਵੇਂ midrib ਹੈ ਉਹ ਬਹੁਤ thick ਹੈ ਮਤਲਬ ਉੱਥੇ vascular bundle ਦਾ size ਜ਼ਿਆਦਾ ਹੈ ਹੁਣ ਜਿਵੇਂ ਆਪਾਂ blood vessels ਦੀ ਗੱਲ ਕਰਾਂਗੇ ਹਿਊਮਨ ਦੇ ਅੰਦਰ ਤੇ ਸਭ ਤੋਂ ਪਹਿਲੇ ਲਾਰਜ ਆਰਟਰੀਜ਼ ਆਉਂਦੇ ਨੇ ਫਿਰ ਸਮਾਲ ਆਰਟਰੀਜ਼ ਆਉਂਦੇ ਨੇ ਫਿਰ ਆਰਟੀਰੀਓਲਸ ਫਿਰ ਕੈਪਿਲਰੀਜ਼ ਫਿਰ ਵੈਨਿਊਲਸ ਫਿਰ ਵੇਨਸ ਐਵੇਂ ਕਰਕੇ diameter ਵੇਰੀ ਹੁੰਦਾ ਤੇ ਸਿਮਿਲਰਲੀ ਪਲਾਂਟਸ ਦੇ ਅੰਦਰ ਵੀ diameter ਵੇਰੀ ਹੁੰਦਾ ਠੀਕ ਹੈ the veins vary in thickness in the reticulate venation vary in thickness in the reticulate venation of dicotyledons when the vascular bundle is surrounded by a layer of thick walled bundle sheath cells ਕੀ ਹੁੰਦੇ ਇਹਨਾਂ ਦੇ ਅੰਦਰ vascular bundles ਦੇ ਅੰਦਰ a layer of thick walled bundle sheath cells. Look at the figure and find the position of xylem in the vascular bundle. ठीक है उन्हें यहाँ पर देखते हैं जो vascular bundles है वो surrounded होंगे by bundle sheath cells. उनका diagram देखो same diagram जिसमें अपन ने epidermis देखा adaxial ते abaxial surface जो palisade mesophills देखे फिर उसके बाद spongy mesophills देखे ठीक है ਹੁਣ ਆਂਦੇ ਸਟੋਮੇਟਾ ਦੇ ਨੀਚੇ ਜਿਹੜੀ ਕੈਵਿਟੀ ਹੁੰਦੀ ਹੈ ਅੰਦਰ ਜਿਹੜੀ ਕੈਵਿਟੀ ਹੈ ਉਹ ਹੈ ਕਿ ਸਟੋਮੇਟਲ ਕੈਵਿਟੀ ਹੁਣ ਵਿੱਚ ਹਮੇ ਵਾਸਕੂਲਰ ਬੰਡਲਸ ਪ੍ਰੈਜ਼ੈਂਟ ਹੋਣਗੇ ਤੇ ਨਾਲ ਜਿਹੜੀ ਆਊਟਰ ਲਾਈਨਿੰਗ ਹੁੰਦੀ ਹੈ ਉਹਨਾਂ ਨੂੰ ਬੋਲਦੇ ਬੰਡਲ ਸ਼ੀਟ ਸੈਲਸ ਕਿਉਂ ਕਿਉਂਕਿ ਥਿਕ ਆਊਟਰ ਕਵਰਿੰਗ ਆਫ ਵਾਸਕੂਲਰ ਬੰਡਲਸ ਬਣਾਉਂਦੇ ਨੇ ਫਿਰ ਆ ਜਾਏਗਾ ਜ਼ਾਈਲਮ ਤੇ ਫਲੋਇਮ ਤੇ ਇਹਨਾਂ ਨੇ ਜ਼ਾਈਲਮ ਫਲੋਇਮ ਦੀ ਲੇਬਲਿੰਗ ਤਾਂ ਕਰ ਹੀ ਦਿੱਤੀ ਕਿ ਜ਼ਾਈਲਮ ਕਿਹੜਾ ਫਲੋਇਮ ਕਿਹੜਾ xylem दिखाया गया थोड़ा कि more towards adaxial है ਤੇ phloem more towards abaxial दिखाया गया डायग्राम ਦੇ ਉੱਤੇ ਉਹਨਾਂ ਦੇ monopod ਦਾ ਕਿ monopod ਦੇ ਅੰਦਰ ਕਿਵੇਂ ਪ੍ਰੈਜੈਂਟੇਸ਼ਨ ਹੁੰਦੀ ਹੈ so anatomy of isobilateral leaf is similar to that of dorsiventral leaf ਹੁਣ isobilateral ਤੇ dorsiventral ਕੀ ਹੈ dorsiventral ਨੂੰ ਬੋਲਦੇ ਡਾਇਕॉट्स ਅੰਦਰ ਤੇ isobilateral ਨੂੰ ਬੋਲਦੇ monopods ਅੰਦਰ ਠੀਕ ਹੈ in many ways, difference here. It shows the following characteristic difference in an isobilateral leaf. Stomata present on the both surface of the epidermis. So on the surface, the stomata present however. First, what happened is the mesophyll is not differentiated into palisade and spongy parenchyma. ये बोलेगा इधर mesophyll भी differentiate नहीं होता. फिर उसके बाद आ जाएगा in grasses. Certain adaxial epidermis cells along the veins modify themselves into large empty colorless cells. की बोला गया कुछ cells हैं adaxial वो खुद को modify करेंगे into large central empty colorless cells and these are called bulliform cells. And when the bulliform cells in the leaf have absorbed water and are when the bulliform cells in the leaves have absorbed water and are turgid, the leaf surface is exposed. And when they're flaccid due to water stress, they make the leaves to curl inside and minimize the water loss. तो मतलब bulliform cells का function की हो गया कि उन्होंने water loss the basis पे with leaf की position की shape define करनी है तो उसके अलावा जो ਇਹ ਮਤਲਬ ਪਲਾਂਟ ਹੈ ਉਹਦਾ ਵਾਟਰ ਲਾਸ ਵੀ ਦੇਖਣਾ ਵਾਟਰ ਲਾਸ ਕਿੰਨਾ ਹੋ ਰਿਹਾ ਹੈ ਤੇ ਕਦੋਂ ਹੋ ਰਿਹਾ ਉਸ ਤੋਂ ਬਾਅਦ ਆ ਜਾਂਦੇ ਕਿ ਇਹ ਵੇਨਸ ਅਲੋਂਗ ਹੀ ਹੁੰਦੇ ਨੇ ਜਿਹੜੇ ਬੁਲੀਫਾਰਮ ਸੈਲਸ ਹਨ and parallel venation monopod is reflected in the near
reflect near similar size of vascular bundles except in main rib. फिर as seen in vertical sections of the leaves. The parallel venation है वो reflected ਹੁੰਦੇ nearly similar in the size of vascular bundles. बस ਜਿਹੜਾ main vein है ਉਹਦੇ ਅੰਦਰ differ ਕਰਦਾ है ਤੇ vertical sections analysis ਜਿਹੜਾ ਦੇਖਣ ਨੂੰ ਮਿਲਦਾ ਹੈ ਤੇ ਇਹਦਾ ਆਪਣਾ ਚੈਪਟਰ ਦਾ ਇੱਕ ਵਾਰ ਉਹਦੀ ਥਿਊਰੀ ਤੱਕ ਹੋ ਜਾਂਦੀ ਹੈ बट हम आपको थोड़ा समरी के क्वेश्चंस दे थ्रू चैप्टर में रिवाइज कर सकते हैं तो हम आपको वो चीज करांगे हम समरी के अंदर की है एनाटॉमिकली द प्लांट इज मेड अप ऑफ डिफरेंट काइंड्स ऑफ टिश्यू की बोलिया कि एनाटॉमिकली जो प्लांट है और डिफरेंट टाइप्स ऑफ टिश्यू का बनिया होता है ਉਸ ਤੋਂ ਬਾਅਦ ਕੀ ਹੁੰਦਾ ਦ ਪਲਾਂਟ ਟਿਸ਼ੂਜ਼ ਆਰ ਬ੍ਰੌਡਲੀ ਕਲਾਸੀਫਾਈਡ ਇਨਟੂ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਸੀ ਸਟਾਰਟਿੰਗ ਦੇ ਅੰਦਰ ਇਸੇ ਕਰਕੇ ਇਹ ਚੀਜ਼ ਦੇਖਣ ਜਿਵੇਂ ਹੁਣ ਸਮਰੀ ਦੇ ਅੰਦਰ ਦੱਸਤਾ कि मेरिस्टम की है तो मेरिस्टम के टाइप्स की है तो परमानेंट टिश्यू दी की टाइप्स है सिंबल दे कॉम्प्लेक्स नाउ दे विल पुट अ क्वेश्चन मतलब पा सकते हैं कि मेरिस्टम दी टाइप्स दसो है मेरिस्टम सेलेक्ट करे कुछ भी हमें एमसीक्यू बनाता एक तरफ तो ये हो जाएगा ये तो है ही नहीं थोड़ी देर बट उन्होंने समरी अंदर मेंशन किया है इस करके टिश्यूज पढ़ने में इंपॉर्टेंट है उनके अंदर जो एसिमिलेशन ऑफ फूड एंड इट्स स्टोरेज है ट्रांसपोर्टेशन ऑफ water है minerals है photosynthesis है mechanical support है are the main functions of the tissues and there are three types of tissue systems kede tissue system में three types है epidermal growth and vascular the epidermal systems are made up of epidermal cells stomata and epidermal appendages की बोलिए जो epidermal system है वो बने हुए epidermal cells stomata and epidermal appendages ठीक है जिसके बाद आ जाएगा जो ग्राउंड टिश्यू सिस्टम है वो नाम है मेन बल्क ऑफ द प्लांट जो ग्राउंड टिश्यू सिस्टम है मेन बल्क ऑफ द प्लांट बनाएगा तो उसके बाद एक कितने जोन से डिवाइडेड है कॉर्टेक्स पेरिसाइकल से पिथ ठीक है फिर आ जाता है द वैस्कुलर सिस्टम ठीक है जो वैस्कुलर सिस्टम है the vascular system is formed by xylem and phloem. ठीक है तो on the basis of presence of cambium present है या नहीं है on the basis से vascular bundles are of different types तो जो vascular bundle from the conductive tissue and translocate the water minerals and food material the monocotyledonous and dicotyledonous plants show marked variety in their internal structure this type in is different type, number, and location of vascular bundles. The secondary growth in most of the monocotyledonous roots and stem. Secondary growth कितनी मिलेगी? Dicotyledonous roots and stems. इसके अलावा कुछ और पॉइंट्स है लीफ के अंदर थोड़ा और डिस्कस कर लेंगे उनकी आके एक एग्जांपल है यूकेलिप्टस के नीडियम वो डाइकॉट है बट उनमें जो मेसोफिल है और अनडिफरेंशिएटेड होंगे इधर अंदर यूकेलिप्टस टिस एंड नीडियम अंदर की हुआ जो डाइकॉट है बट जो मोनोकॉट लीफ है सॉरी मतलब डाइकॉट है बट जो हमें मोनोकॉट लीफ ਹੁੰਦਾ ਉਹਦੇ ਅੰਦਰ ਕੀ ਹੁੰਦਾ ਨॉन अनडिफरेंशिएशन ऑफ मेसोफिल वो ਇਹਦੇ ਅੰਦਰ ਵੀ ਉਹ ਫੀਚਰ मोनोकॉट ਤੇ ਮਿਲਦੀ ਹੈ ਕਿ बोला गया बट मेसोफिल अनडिफरेंशिएटेड फिर उसके बाद आ ਜਾਂਦਾ बंडल शीट सेल्स ਦੀ नेचर ਕੀ ਹੁੰਦੀ ਹੈ बंडल शीट सेल्स है तो ਹੁੰਦੇ ਨੇ पैरेन्काइमा फिर उसके बाद आ जाएगा बंडल शीट एक्सटेंशन वो पैरेन्काइमा बंडल शीट एक्सटेंशन पैरेन्काइमा पोजीशन पूछी गई है तो पोजीशन की होगी जाइलम आउट मतलब अपर सरफेस की तरफ जनरली दसले फ्लोएम लिलियम लिलियम एक मोनोकॉटिलेडनस लीफ है ਉਹਦੇ ਅੰਦਰ ਕੀ ਹੁੰਦਾ ਮੇਸੋਫਿਲ ਡਿਫਰੈਂਸ਼ੀਏਟਡ ਹੁੰਦਾ ਜਿਵੇਂ ਉਹਦੇ यूकेलिप्टस ਦੀ ਗੱਲ ਹੋਈ तो लिलियम की गल होएगी मोनोकॉट है बट मेसोफिल डिफरेंशिएटेड फिर इसके बाद आ जाएगा मोनोकॉट्स में जो बंडल शीट है वो किधर बने होएगा पैरेन्काइमा का
इसके अलावा क्लोरीन का मेडिसिन सी फूड प्लांट्स, फिर उसके बाद बंडल शीट एक्सटेंशन प्लान। उसके बाद आगे आ जाएंगे अपने को कुछ क्वेश्चन है हम देखते हैं। तो illustration to bring out the anatomical difference between monocot root and dicot root। ठीक है, ਹੁਣ monocot root dicot root ਦੇ ਕੀ ਡਿਫਰੈਂਸਸ ਹੈ ਹੁਣ ਆਪਾਂ ਨੇ ਲਾਸਟ ਟਾਈਮ ਇਹ ਡਿਟੇਲਸ ਪੜਿਆ ਸੀ ਤੇ ਹੁਣ ਆਪਾਂ ਨੇ ਰਿਵਾਈਜ਼ ਵੀ ਕੀਤਾ ਸੀਗਾ। ਤਾਂ ਹੁਣ ਇੱਕ ਵਾਰ ਡਾਇਗਰਾਮ बनाना सीखते हैं कि डायग्राम कैसे बनाना है। ठीक है, हम सबसे पहले आ जाएगा कि आउटर मोस्ट एपिडर्मिस आएगा। एपिडर्मिस में बनाना है हमें सिंगल लेयर एपिडर्मिस होती है ते बीच में यूनिसेलुलर रूट हेयर एक्सटेंशंस एपिडर्मिस फिर इसके बाद एक यूनिसेलुलर रूट हेयर एक्सटेंशन बना दो। ये तो हो गया एपिडर्मिस। ਹੁਣ एपिडर्मिस ਦੇ ਅੰਦਰ ਕੀ ਮਿਲਦਾ है कॉर्टेक्स। ठीक है, ਹੁਣ बनेगा कॉर्टेक्स। आप देख सकते हैं एपिडर्मिस है फिर कॉर्टेक्स। कॉर्टेक्स के लिए बुनिया पैरेन्काइमा करके पैरेन्काइमा नाल पैरेन्काइमा में टिश्यू बनाना है। उसके बाद आ जाएगा सेंटर। सेंटर है तो सेंटर के अंदर की मिलेगा अपन एंडो। फिर जो एंडोडर्मिस है एंडोडर्मिस के अंदर की होएगा अपन वैस्कुलर बंडल्स बनेंगे। हमें एंडोडर्मिस है हमें वैस्कुलर बंडल्स बना ये हो गया डाइकोट रूट। इस बार सेंटर में पिथ मिलता है जो ज्यादा कॉन्स्पिकुअस नहीं होता। मोनोकॉट रूट तो भी सेम ही है बस इनमें जो बंडल्स है वो पॉली आर्ट्स हो जाएंगे ते कोई सेकेंडरी ग्रोथ नहीं आएगी। स्टेम दा बना स्टेम के अंदर एक ही चीज का ध्यान रखते हैं कि ये एपिडर्मिस है ਇਹਦੇ ਅੰਦਰ फिलामेंटस जो ये लगे एपिडर्मिस है मल्टीसेलर ट्राइकोम है ਤਿੰਨਾਂ ਦੇ ਅੰਦਰ ਕੀ रहेगा कॉलिनकाइमा होएगा ਤੇ कॉलिनकाइमा की बनाएगा हाइपोडर्मिस। फिर इसके बाद बहुत सारी सेल्स आएंगे जिन्होंने बोलेंगे साइकिल। फिर इसके बाद पेरासाइकिल मिलेंगे वास्कुलर बंडल्स। वास्कुलर बंडल्स अंदर की मिलेगा जाइलम तो फ्लोएम। उनके अंदर भी डिफरेंस मिलता है कि जाइलम आउट है फ्लोएम है। तो सबसे पहला स्टेम्स के अंदर फ्लोएम बाहर रहती है। फ्लोएम के अंदर आपको मिलेगा कैम्बियम। कैम्बियम के अंदर की है कैम्बियम की करवाना है सेकेंडरी ग्रोथ। उसके बाद आपको मिल जाएगा मेटाजाइलम तो प्रोटोजाइलम। मतलब मेटाजाइलम है वो होता है मतलब गोल्डन वाला, प्रोटोजाइलम होता है मोस्ट ग्रीन। फिर उसके बाद सेंटर पे आ जाएगा पिथ। But the transfer section of pianist of a plant from the school garden and observe it under a microscope. Would you ascertain whether it is an observation under the microscope? How will you ascertain whether it is a monobot or diploid stem? यहाँ अपन ने देखा कि मोनोबॉट स्टेम ਤੇ डाइकोट स्टेम ਦੇ ਅੰਦਰ ਕੀ डिफरेंस है। पहले तो ਉਹਨਾਂ ਦੀ अरेंजमेंट हो गई वेरियस लेयर्स से। डाइकोट एक प्रॉपर अरेंज्ड ਹੁੰਦੇ ਆ कंसेंट्रिक ਹੁੰਦੇ ਆ बहुत लार्ज ओवल्स ਹੁੰਦੇ ਨੇ। फिर उसके बाद ਜਿਹੜਾ मोनोकॉट है ਉਹਦੇ में मल्टीपल वास्कुलर बंडल्स ਹੁੰਦੇ ਨੇ। ठीक है, फिर उसके बाद आएगा कि ਉਹਨਾਂ ਦੇ वास्कुलर बंडल स्कैटर्ड भी ਹੁੰਦੇ ਨੇ कि पेरिफेरी वाले बड़े छोटे ਹੁੰਦੇ ਨੇ सेंटर वाले बड़े ਹੁੰਦੇ ਨੇ। फिर उसके बाद आ जाएंगे ट्रांसफर सेक्शन ऑफ प्लांट मटेरियल showing the following anatomical features. The vascular bundle is conjoined or conjoined। तो जो vascular bundle conjoined है मतलब कि ये conjoined scattered surrounded by slendomatous bundle sheets। फिर उसके बाद आ जाएंगे phloem is absent to identify it as। हम देखो vascular bundles का conjoined है मतलब conjoined का की मतलब होता है cambium is absent। scattered है मतलब कोई हमें पैटर्न नहीं है सर्कुलर या रेड है। surrounded by scleromatous bundle sheets मतलब एते फ्लोएम पैरेन्काइमा absent है। what do you identify it as मतलब कि ये
मोनोकॉट का स्टेम है। ये भी ना ही लाइन्जाइमेटिस है ना ही इन्फेक्शन है। फिर उसके बाद जो माइक्रोस्कोप है ਉਹਦੇ ਅੰਦਰ ਵੀ ਆਪਣੇ ਜਿਹੜੇ ਵੈਸਲ ਬੰਡਲਸ ਆ ਸਕੈਟਰਡ ਦਿਖਣਗੇ। ਉਹਨਾਂ ਦਾ ਫਲੋਐਮ ਪੈਰੇਨਕਾਈਮਾ ਦੇ ਅੰਦਰ ਐਬਸੈਂਟ ਹੁੰਦਾ। ਵਾਟ ਇਜ਼ ਦਿਸ ਸਟੋਮੈਟਲ ਐਪਰੇਟਸ? ਹੁਣ ਸਟੋਮੈਟਲ ਐਪਰੇਟਸ ਆਪਾਂ ਲਾਸਟ ਟਾਈਮ ਡਿਸਕਸ ਕੀਤਾ ਸੀਗਾ। ਹੁਣ ਇੱਕ ਵਾਰ ਬਿਨਾਂ ਦੇਖੇ ਸਟੋਮੈਟਲ ਐਪਰੇਟਸ ਡਰਾ ਕਰਨ ਦੀ ਕੋਸ਼ਿਸ਼ ਕਰੋ। ਸਭ ਤੋਂ ਪਹਿਲਾਂ ਕੀ ਹੁੰਦਾ ਸਟੋਮੈਟਲ ਪੋਰ ਜਾਂ ਫਿਰ उसके साइड वाले गार्ड सेल्स, गार्ड सेल्स। ठीक है, ਤੇ ਹੁਣ ਕੁਝ ਸੈਲ ਜਿਹੜਾ ਸਪੈਸ਼ਲਾਈਜ਼ਡ ਹੋ ਜਾਣਗੇ ਉਹਨਾਂ ਨੂੰ ਸਰਾਊਂਡ ਕਰਨ ਦੇ। ਉਸ ਤੋਂ ਬਾਅਦ ਆ ਜਾਣਗੇ the meaning of the cells। अब हम की है स्टोमेटल एपरेटस के अंदर ये आ गया स्टोमेटल एपरेटस। अब की दस गार्ड सेल, क्लोरोप्लास्ट, एपिडर्मल सेल्स, सबसाइडरी सेल्स, गार्ड सेल। गार्ड सेल हमेशा मोनोकॉट में डाइवर्ट ਹੁੰਦਾ है। सॉरी, गार्ड सेल्स हमेशा बीन शेप्ड ਹੁੰਦੇ डायकॉट्स ਦੇ ਅੰਦਰ ਤੇ ਡੰਬਲ शेप्ड ਹੁੰਦਾ मोनोकॉट्स ਦੇ अंदर। स्टोमेटल पोर है, स्टोमेटल पोर डिपेंड करते हैं ओपनिंग एंड क्लोजिंग होती कि गार्ड सेल्स अंदर होती और स्मोलैरिटी की है। अगर गार्ड सेल्स होंगे कि दे हैव स्वेल अप विद हाइपोटोनिक सॉल्यूशन तो ओपन हो जाएंगे पोर। अगर श्रिंक हो गए तो पोर क्लोज हो जाएगा। मुझे अगर डेफिनेशन देखिए तो क्यूटिकल ਹੁੰਦਾ है, फिर क्यूटिकल एब्सेंट में रूट्स अंदर स्टोमेटल में क्योंकि वाटर एब्जॉर्प्शन जो एरिया में गार्ड सेल्स हैं सबसिडियरी सेल्स हैं स्टोमेटल apparatus के अंदर की आएगा फिर स्टोमेटल aperture, guard cells and surrounding subsidiary cells। इसके बाद आएगा अपना name the three basic tissue system in flowering plant, give the tissue name then the lead system। इसके बाद अगला क्वेश्चन how is plant anatomy beneficial to us। सबसे पहले आज डिस्कस कर लेंगे plant anatomy ਦੇ ਕੀ benefits। ਹੁਣ ਜਿਹੜਾ plant anatomy है ਉਹਦੇ अंदर plant anatomy पहले ये देखते हैं plant anatomy ਹੁੰਦਾ ਕੀ है ਤੇ why there is need to study plant anatomy। plant anatomy का मतलब है कि ये arrangement of tissue within the plant में देखेंगे कि internally can be arranged externally। अब अपन plant की morphology देखते हैं वो internally कनप्पा देखेंगे कि कैन टिश्यू के arrangement है कि plant anatomy का क्या रोल है। maybe useful can be ਦੱਸਦੇ कि अपन ਨੂੰ डिफरेंशिएट करने हेल्प करते हैं मोनोकॉट प्लांट या डाइकॉट प्लांट। इसके अलावा जो एनाटॉमी अगर अपन किसी भी प्लांट की पढ़ाते तो अपन समझाएगा कि ਉਹਦੇ यूज कितने हैं कैसे यूज ਹੁੰਦਾ है तो ठीक है। तो अगला लास्ट क्वेश्चन ये डिस्क्राइब की कैन स्ट्रक्चर डॉर्सल वेंट्रली विद द हेल्प ऑफ लेबल स्ट्रैप। सबसे पहले आपको पूरा क्वेश्चन कराने की तीन टिश्यू सिस्टम्स कितनी है तीन टिश्यूज प्रेजेंट है। सबसे पहला आ जाएगा एपिडर्मिस, इसके बाद आएगा ग्राउंड टिश्यू सिस्टम, फिर आएगा लास्ट आएगा वैस्कुलर टिश्यू सिस्टम। वैस्कुलर मींस डायलेटेड होएगा। इनका की ईच टिश्यू द्वारा की है मतलब बना के एपिडर्मिस ना कि एपिडर्मल टिश्यू सिस्टम। एपिडर्मिस से की मतलब आउटरमोस्ट कवरिंग होगी जिसमें एपिडर्मल सेल्स स्टोमेटा थे एपिडर्मल अपेंडेजेस आते हैं। एपिडर्मल सेल्स स्टोमेटा थे एपिडर्मल अपेंडेजेस when से the triangle होगी after air और किसी ऑब्स्ट्रक्शन 100 मैटर तो एपिडर्मल टिश्यू सिस्टम में होता हो गया। ग्राउंड टिश्यू सिस्टम में जाना ग्राउंड टिश्यू सिस्टम क्या होता है कि जितना भी सारा टिश्यू में एक्सेप्ट की एपिडर्मिस एंड वास्कुलर बंडल्स कंस्टिट्यूट की ग्राउंड टिश्यू सिस्टम और जिसमें आपको स्क्लेरेंकाइमा खुलनकाइमा ये पैरेन्काइमा कितने सारे टिश्यू मिलेंगे। अगर किसी में प्लांट एक टीएस दिखता गया तो पूछा गया ना ग्राउंड टिश्यू सिस्टम की है। So you leave the outer sphere epidermis to vascular bundles which जितना भी पार्ट है वो सारा है तो ग्राउंड टिश्यू सिस्टम। जिसमें आपको अलग टिश्यू टाइप्स में मिल जाएगा। वास्कुलर तो है ही उनका के अंदर जाइलम तो फ्लोएम जाइलम तो फ्लोएम के अंदर क्लासिफाई होंगे whether they are open or not। अगर ओपन होंगे तो मतलब कैम्बियम प्रेजेंट है। कैम्बियम प्रेजेंट है सेकेंडरी हो सकते हैं सेकेंडरी ग्रोथ हो सकती है। एक केबल में मिल गया अपन सिर्फ बैक और फ्लैट से मोनोकॉट्स फाइनल होंगे तो केबल ग्रोथ नहीं तो मतलब कैम्बियम मिलेगा नहीं तो मतलब उन्हें वास्कुलर की बोलते हैं
और डेटा के बेसिस में कुछ पूरे रीजन को ये enlarge the exarch enlarge मतलब कि अंदर की तरफ आना मतलब कि ਜਿਹੜਾ ਹੈ प्रोटोजाइलम मेरे ਆਪਾਂ देखते हैं enlarge exarch enlarge मतलब ਜਿਹੜਾ प्रोटोन है वो सेंटर पे है ਜਿਹੜਾ मेटल है वो पेरिफेरी पे मतलब नए वाला पेरिफेरी पे मतलब वो की जा रहे हैं आउटवर्ड जा रहे हैं अगर आउटवर्ड जा रहे हैं तो मतलब सेंट्रीफ्यूगल होएगा exarch मतलब प्रोटो इज आउटसाइड मेटल इज इनसाइड मतलब कि टुवर्ड सेंटर जा रहे हैं मतलब सेंट्रीपिटल प्रोटोजाइलम ਤੇ मेटाजाइलम की है प्रोटोजाइलम मतलब फर्स्ट फॉर्म बंडल ऑफ मतलब वैस्कुलर बंडल या फिर फर्स्ट बंडल जो है मिलियन दैट इज प्रोटोजाइलम मेटाजाइलम उसके बाद जिले फ्लोएम बंडल या जाइलम बंडल सीरोरल मेटाजाइलम आगे क्वेश्चन पे चल रहा है अगले क्वेश्चन में क्या है internal structure of dorsiventral leaf with the help of Weber's diagram dorsiventral leaf का की मतलब है सबसे पहले तो ये समझो कि dorsiventral leaf is diploid diploid का हम स्ट्रक्चर कहते हैं diploid ये होता है कि हमें दो कॉर्टिलेडन्स है प्रेजेंट फिर हम उनके अंदर लीफ का स्ट्रक्चर कहते हैं मतलब याद करने की कोशिश करो आप मेरे बढ़िया से उनके दो सर्फेसेस होते हैं अपर एंड लोअर मतलब नाम की है अपर का मतलब एडेक्सियल ਤੇ ਲੋਅਰ ਦਾ ਮਤਲਬ ਐਬੈਕਸੀਅਲ ਇਹਨਾਂ ਦੇ ਸਿਗਨੀਫਿਕੈਂਸ ਕੀ ਹੈ ਕਿ ਆਪਾਂ ਨੂੰ ਦੋ ਸਰਫੇਸ ਦੇ ਨਾਮ ਰੱਖਣੇ ਪੈਣ ਸਪੋਜ਼ ਜਿਵੇਂ ਕਿ ਆਪਾਂ ਲੀਫ ਹੈ ਐਡੈਕਸੀਅਲ ਮਤਲਬ ਉੱਤੇ ਐਬੈਕਸੀਅਲ ਮਤਲਬ ਨੀਚੇ ਜਿਹੜਾ ਐਡੈਕਸੀਅਲ ਸਰਫੇਸ ਹੈ ਉਹਦੇ ਉੱਤੇ ਜਿਹੜਾ ਐਡੈਕਸੀਅਲ ਸਰਫੇਸ ਹੈ ਉਹਦੇ ਸਾਰੇ ਸਟੋਮੇਟਾ ਪ੍ਰੈਜ਼ੈਂਟ ਹੋਣਗੇ ਜਿਹੜਾ ਐਡੈਕਸੀਅਲ ਹੁੰਦੇ ਉੱਤੇ ਸਟੋਮੇਟਾ ਐਬਸੈਂਟ ਹੋਣਗੇ ਕੀ ਕਰਨਗੇ ਵਾਟਰ लॉस प्रिवेंट करेंगे ये सर्कुलेशन होती क्यों है क्योंकि सर्कुलेशन क्यों होती है मतलब कि ਜਿਹੜਾ ਗੈਸ ਐਕਸਚੇਂਜ ਹੈ ਉਹਦੇ ਲਈ ਤੇ ਵਾਟਰ ਦੀ ਲਾਸ ਪ੍ਰੀਵੈਂਟ ਕਰਦਾ ਤੇ ਗੈਸ ਐਕਸਚੇਂਜ ਪ੍ਰਮੋਟ ਹੋ ਰਿਹਾ तो ਉਹਦੇ ਕਰਕੇ ਵਾਟਰ ਲਾਸ ਨਹੀਂ ਹੁੰਦੇ ਪਲਾਂਟ ਦੀ ਉਹਦੇ ਆਪਣੇ ਬੜੇ ਜਿਹੜਾ ਐਡੈਕਸ਼ਨ ਸਰਫੇਸ ਹੈ ਉਹਦੇ ਜਸਟ ਨੀਚੇ ਪੈਲੀਸੈਟ ਪੈਰੈਂਕਾਈਮ ਹੁੰਦਾ है मतलब कि elongated cells arranged parallel to each other. पूरी करेगा स्टोमेटल apparatus. इधर आपको कुछ तो गलत लग गया होगा. तो जो स्टोमेटल apparatus है, उधर आसपास आपने उन्हें बोला कि अभी guard cells होंगे, फिर subsidiary cells होंगे, बाकी फिर parenchyma आएगा. तो on the basis of osmolarity of guard cells, stomata will open or close. Take hold. There the palisade parenchyma. Palisade parenchyma means कि वो एक more intercellular spaces and nuclear cells तो उनकी बोला कि spongy parenchyma. तो इतना सारे questions भी discuss हो जाएंगे अपने. इसके बाद ना tissue वाला section आपका और details पर देख सकते हैं. We have time. tissue वाला section में ये आपको क्या देख सकते हो कि मैंने basic overview ऐसे कई टाइप से tissue में दिया. तो थोड़ा लोकेशन देख जाओ हर एक टिश्यू की ये लोकेशन कितने प्रेजेंट है ये वाला फंक्शन करती है जैसे कि आके पैरेंकाइमा उन पैरेंकाइमा की है कि वन ऑफ द सिंपल टिश्यूज है कि उसके बाद एक कंपोनेंट बनाने के लिए सॉल्वेंट से फिर ये सेल्स हैं वो स्फेरिकल ओवल राउंड के पॉलीगोनल होते हैं क्योंकि वो देखिए स्फेरिकल ओवल राउंड पॉलीगोनल तेरे वॉल्स थिन होंगी है एक सेलुलोज प्रेजेंट होता है इसके बाद इंटरसेलुलर स्पेसेस लेस होंगे तो फंक्शन क्या हो गया फोटोसिंथेसिस फिर फोटोसिंथेसिस के अलावा स्टोरेज के अलावा सेक्रेशन तो लाने कॉलम टाइप का क्या होता है ये मोस्टली हाइपोडर्मिस ऑफ डायकॉट प्लांट्स में प्रेजेंट है बट इसको पहला क्या होता है कि कॉलम टाइप है वो या तो होमोजेनियस स्टेट में मिलता है या फिर is found either in homogeneous layer or in patches. It consists of cells that are much thicker and corners due to deposition of cellulose, hemicellular, and actin.
जिन्हें सेलुलर सेलुलर से एक्टिंग मिलता है तो जिन्हें फ्लेक्सिबिलिटी मिलती है ना प्लांट्स में तो कहते हैं जो कैपिटल सकते हैं फ्लेक्सिबिलिटी है ते फॉल करना फिर लास्ट में स्क्वायर करना कैपिटल के मेजर एलिमेंट्स का जेड एलिमेंट सब होगी मेजर है सारे ट्रिकीज हो गए और सॉरी फाइबर्स हो गए स्टेराइड्स हो गए ये सब तो डेड होंगे ठीक है कितना विदाउट प्रोटोप्लाज्म फिर फाइबर्स है वो क्या होते हैं elongated thick walled pointed end cells the group in the middle which is spheroids under oval spherical के cylindrical under with highly different cells तो एरिमल हो जाता है अपना परमानेंट सिंपल टिश्यू फिर उसके बाद आता है अपना कॉम्प्लेक्स टिश्यूज तो कॉम्प्लेक्स टिश्यूज ਦੇ ਅੰਦਰ ਆਪਾਂ ਨੇ ਦੇਖਿਆ ਸੀਗਾ ਕਿ ਉਹਨਾਂ ਦੇ ਕੀ ਐਲੀਮੈਂਟਸ ਹੈ ਤੇ ਐਲੀਮੈਂਟਸ ਦੇ ਅੰਦਰ ਆਪਾਂ ਨੂੰ ਕੀ ਮਿਲਿਆ ਸੀ ਜਿਵੇਂ ਜ਼ਾਈਲਮ ਉਹਦੇ ਅੰਦਰ ਟ੍ਰੈਕੀਡਸ ਵੈਸਲਸ ਫਾਈਬਰਸ ਤੇ ਪੈਰੇਂਕਾਈਮਾ ਉਹਦੇ ਅੰਦਰ ਟ੍ਰੈਕੀਡਸ ਤੇ ਵੈਸਲਸ ਹੈ ਤੇ ਫਾਈਬਰਸ ਤਾਂ ਡੈਡ ਹੈ ਪੈਰੇਂਕਾਈਮਾ ਲਿਵਿੰਗ ਹੈ ਮੇਰਾ ਜਿਹੜਾ ਫਲੋएम ਹੈ ਉਹ ਸੀ ਸੈਲ ਜਾਂ ਸੀਵ ਟਿਊਬ ਸੈਲ ਹੁੰਦਾ ਉਹਦੇ ਐਲਬਿਊमिनस ਜਾਂ ਫਿਰ ਕੰਪਾਈਨ ਸੈਲ ਹੁੰਦਾ ਫਲੋएम ਪੈਰੇਂਕਾਈਮਾ ਹੁੰਦਾ ਤੇ ਫਲੋएम ਸਕੈਟਰਕਾਈਮਾ ਹੁੰਦਾ ਇਹਨਾਂ ਦਾ ਜਿਹੜਾ ਮੇਜਰ ਐਲੀਮੈਂਟਸ ਹੈ ਉਹ ਲਿਵਿੰਗ ਹੁੰਦੇ ਨੇ ਸੀਵ ਟਿਊਬ ਐਲਬਿਊमिनस ਸੈਲ ਫਲੋएम ਪੈਰੇਂਕਾਈਮਾ और ਜਿਹੜਾ ਸਕੈਟਰਕਾਈਮਾ ਹੋਵੇ ਡੈਡ ਹੁਣ ਜਿਹੜਾ ਜ਼ਾइलम है वो बनाना कंडक्टिंग टिश्यू ठीक है ਜਿਹੜਾ ਹੁਣ ਜ਼ਾइलम है वो बनाएगा कंडक्टिंग टिश्यू ਹੁਣ कंडक्टिंग टिश्यू ਦਾ ਕੀ ਹੁੰਦਾ ਹੈ ਤੇ ਟੁਗੇਦਰ ਵਰਕ ਐਜ਼ ਅ यूनिट यूनिट है ਹੁਣ यूनिट ਦੇ ਥਰੂ ਕੀ ਹੋਏਗਾ ਵਾਟਰ ਐਂਡ ਮਿਨਰਲਸ ਲਿੰਦੇ ਰੂਟ ਤੋਂ ਵਾਟਰ ਐਂਡ ਮਿਨਰਲਸ फिर रूट तो कंडक्ट करके बाकी हायर पार्ट्स ऑफ प्लांट लेके जाएगा ਹੁਣ ਜਿਹੜੇ ਜਿम्नोस्पर्म्स ਹੁੰਦੇ ਨੇ जिम्नोस्पर्म्स they lack vessels ट्रैकीड्स प्रेजेंट ਹੁੰਦੇ ਨੇ but vessels lack ਕਰਦੇ ਨੇ जिम्नोस्पर्म्स ਹੁਣ ट्रैकीड्स ਕੀ ਹੈ ट्रैकीड्स ने elongated tube like cells ਤੇ thick ਹੁੰਦੇ ਨੇ लिग्निफाइड ਹੁੰਦੇ ਨੇ थिक अगर लिग्निफाइड है मतलब कि डेड है ऑब्वियसली फिर आने टेपरिंग एंड्स ਹੁੰਦੇ ਨੇ ਇਹਨਾਂ ਦੇ ठीक है ਹੁਣ ਜਿਹੜਾ ਵੈਸਲ ਹੈ ਉਹਦੇ ਆਪੋਜ਼ਿਟ ਹੋ ਕੀ ਹੁੰਦਾ ਸਿਲੰਡਰੀਕਲ ਟਿਊਬ ਲਾਈਕ ਸਟਰਕਚਰ ਵੈਸਲ सिलेंड्रिकल ट्यूब लाइक स्ट्रक्चर ਹੁਣ आएगा जाइलम फाइबर्स ਜਿਹੜੇ जाइलम फाइबर्स है वो थिक वॉल्ड ਹੁੰਦੇ ਨੇ with obliterated central lumen thick walled obliterated central lumen ठीक है इसके बाद आएगा जाइलम पैरेन्काइमा ओनली लिविंग सेल ओनली लिविंग एलिमेंट इन दी जाइलम यही है ਜਿਹੜਾ ਕੀ करेगा बाकी सब में न्यूट्रिशन प्रोवाइड करेगा या फिर हेल्प करेगा इन कंडक्टिंग एंड क्रिएटिंग अ ग्रेडियंट ये बोलिया गया ਜਿਹੜਾ रेडियल कंडक्शन ਹੁੰਦਾ है ਜਿਵੇਂ कि रेडियल कंडक्शन ऑफ वाटर उसके अंदर कौन हेल्प करते रे पैरेन्काइमा सेल्स नेक्स्ट फ्लोएम ਹੁਣ फ्लोएम ਕੀ ਹੈ फ्लोएम ਦਾ ਫੰਕਸ਼ਨ ਕੀ ਹੁੰਦਾ ਫੂਡ ਤੇ फूड मटीरियल ਨੂੰ
ट्रांसपोर्ट करना, ठीक है। एंजियोस्पर्म्स ਦੇ ਅੰਦਰ ਤੇ ਜਿਮਨੋਸਪਰम्स ਦੇ ਅੰਦਰ ਡਿਫਰੈਂਟ ਹੁੰਦਾ ਹੈ। एंजियोस्पर्म्स ਦੇ ਅੰਦਰ ਆਪਾਂ ਨੂੰ ਕੀ ਮਿਲੇਗਾ। ਹੁਣ ਉਸ ਤੋਂ ਪਹਿਲਾਂ ਅਗਰ ਆਪਾਂ एंजियोस्पर्म ਤੇ जिम्नोस्पर्म ਨੂੰ ਡਿਸਕਸ ਕਰੀਏ, ਜਿਹੜਾ ਜ਼ਾइलम ਹੈ ਨਾ, ਜ਼ਾइलम ਤੇ जिम्नोस्पर्म ਦੇ ਵੈਸਲਸ ਵੀ ਨਹੀਂ ਹੁੰਦੀਆਂ ਤੇ ਲੈਕ ਜ਼ਾइलम फाइबर्स ਆਲਸੋ। ਕਿਉਂ? ਕਿਉਂਕਿ जिम्नोस्पर्म्स ਦੇ ਅੰਦਰ फाइबर्स ਐਬਸੈਂਟ ਹੁੰਦੇ ਨੇ, ਇਸ ਕਰਕੇ ਇਹਨਾਂ ਦੀ ਜਿਹੜੀ ਵੁੱਡ ਹੈ ਉਹਨੂੰ ਸੌਫਟ ਵੁੱਡ ਬੋਲਦੇ ਨੇ। It is just a terminology, not actually soft. ਹੁਣ एंजियोस्पर्म्स ਦੇ ਅੰਦਰ ਆਪਣੇ ਐਲੀਮੈਂਟਸ ਡਿਸਕਸ ਕੀਤੇ ਸੀ, ਬਟ ਹੁਣ ਇਹਦਾ ਡਿਫਰੈਂਸ ਕੀ ਹੈ ਐਂਜੀਓ ਤੇ ਜਿਮ ਦੇ ਅੰਦਰ। ਸੀਫ ਟਿਊਬ ਐਲੀਮੈਂਟ ਮਿਲੇਗਾ ਆਪਾਂ ਨੂੰ ਐਂਜੀਓ ਦੇ ਅੰਦਰ, ਤੇ ਕੰਪੈਨੀਅਨ ਸੈਲ ਮਿਲੇਗਾ ਤੇ ਫਲੋएम पैरेंकाइमा मिलेगा, ठीक है। फ्लोएम फाइबर्स, whereas जिम्नो है, जिम्नो ਦੇ ਅੰਦਰ ਕੀ ਐਲਬੂमिनस ਸੈਲਸ ਤੇ ਸੀਵ ਸੈਲਸ ਹੁੰਦੇ ਨੇ, ਰਾਦਰ ਟਿਊਬਸ ਤੇ ਕੰਪੈਨੀਅਨ ਸੈਲਸ ਨਹੀਂ ਹੁੰਦੇ। ਸੀਵ ਸੈਲਸ ਤੇ ਐਲਬੂमिनस ਸੈਲਸ ਪੈਰੇਨਕਾइमा ਵੀ ਹੋਏਗਾ, फाइबर्स ਵੀ ਹੋਣਗੇ, ਬਟ ਇਹ ਦੋ ਐਲੀਮੈਂਟਸ ਅੰਦਰ ਦੇ ਡਿਫਰ। ਨਾਲੇ ਜਿਹੜੇ ਕੰਪੈਨੀਅਨ ਸੈਲਸ ਆ ਸਪੈਸ਼ਲਾਈਜ਼ਡ ਪੈਰੇਨਕਾਈਮੇਟਸ ਸੈਲਸ ਹੁੰਦੇ ਨੇ, then they are closely associated with CQ elements। ਹੁਣ ਇਹਨਾਂ ਦੀ ਕਾਮਨ ਲੌਂਗੀਟਿਊਡਨਲ ਵਾਲ ਹੁੰਦੀ ਹੈ, ਇੱਕ ਇਹਨਾਂ elongated ਹੁੰਦੇ ਨੇ, tapering ਹੁੰਦੇ ਨੇ, cylindrical ਹੁੰਦੇ ਨੇ, then cytoplasm ਹੁੰਦਾ ਹੈ। ਹੁਣ ਜਿਹੜੇ ਫਾਈਬਰਸ ਹੁੰਦੇ ਨੇ ਜਨਰਲੀ ਐਬਸੈਂਟ ਹੁੰਦੇ ਨੇ ਪ੍ਰਾਇਮਰੀ ਫਲੋएम ਦੇ ਅੰਦਰ, ਬਟ ਸੈਕੰਡਰੀ ਦੇ ਅੰਦਰ ਮਿਲਦੇ ਨੇ। ਹੁਣ ਜਿਹੜੇ ਫਾਈਬਰਸ ਹੁੰਦੇ ਨੇ ਉਹ elongated ਹੋਣਗੇ, ਅਨਬ੍ਰਾਂਚ ਹੋਣਗੇ ਤੇ ਪੁਆਇੰਟਡ ਹੋਣਗੇ, ਲਾਈਕ ਨਿਡਲ ਲਾਈਕ ਅਪਾਈਸਿਸ, ਕੁਆਇਟ ਥਿਕ ਹੁੰਦੇ ਨੇ। ਇਹ ਜਿਹੜੇ ਫਾਈਬਰਸ ਨੇ ਇਹਨਾਂ ਤੇ ਹੀ ਆਉਂਦਾ ਹੈ ਜੂਟ, ਫਲੈਕਸ ਤੇ ਹੈਮ। ਜੂਟ, ਫਲੈਕਸ, ਹੈਮ ਜਿਹੜਾ ਮਿਲਦਾ ਉਹ ਫਲੋएम ਫਾਈਬਰਸ ਤੋਂ ਮਿਲਦਾ, ਠੀਕ ਹੈ। ਤੇ ਇਹਨਾਂ ਦੇ ਅੰਦਰ ਵੀ ਫਲੋएम ਦੇ ਅੰਦਰ ਵੀ ਆਪਣੀ ਟਰਮੀਨੋਲੋਜੀ ਮਿਲਦੀ ਹੈ, प्रोटोफ्लोएम, मेटाफ्लोएम, ठीक है। प्रोटोफ्लोएम मतलब कि फर्स्ट फॉर्म्ड, मेटाफ्लोएम मतलब लेटर फॉर्म। ਹੁਣ ਜਿਹੜਾ प्रोटोफ्लोएम ਤੇ मेटाफ्लोएम ਹੈ ਇਹਦੇ ਅੰਦਰ ਕੀ ਡਿਫਰੈਂਸ ਆ ਜਾਂਦਾ ਹੈ ਕਿ ਜਿਹੜਾ ਲੇਟਰ ਫਾਰਮ ਫਲੋएम ਹੁੰਦਾ ਇਟ ਹੈਜ਼ ਬਿਗਰ ਸੀਵ ਟਿਊਬਸ, ਇਹਦੇ ਵਿੱਚ ਜਿਹੜੀ ਸੀਵ ਟਿਊਬਸ ਹੈ वो बड़ी होंगी, मतलब कि डायमीटर बड़ा होएगा, ज्यादा कनेक्शन होगा। So with this general overview of tissue, the tissue systems, the various T's, the discussion of exercise, the summary अपन ने complete कर लिया anatomy of flowering plants। So this is a simple chapter, but I would do recommend कि यदि पुरानी NCERT जरा है जिसमें टिश्यू वाला पार्ट इंक्लूडेड है वो ये थोड़ा एक बार जरूर जाना। सेकेंडरी ग्रोथ दे आई डोंट फील इतनी इंपॉर्टेंट है क्योंकि इट इज नॉट मेंशन इन द सर्जरी सॉरी समरी ते बैक वेसल्स के अंदर भी नहीं है, बट डू गो थ्रू द पार्ट जरा टिश्यू वाला पार्ट है कि टिश्यू के टाइप्स की मिलते हैं प्लांट्स के अंदर। सो हैव अ गुड डे एंड हैप्पी लर्निंग।